ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਵਾਹਿਗੁਰੂ ਜੀ का खालसा वाहिगुरू जी की फतेह। सो डियर स्टूडेंट्स, ਆਪਣੇ ਕੋਲ ਐਤਕੀ ਕੁਐਸਚਨ 'ਚ ਹੈ ਰੀਨਿਊਅਲ ਆਫ ਬਿੱਲ ਵਾਲਾ ਸੀਨ। ਸੋ ਹੁਣ ਬਿੱਲ ਰੀਨਿਊ ਕਿੱਦਾਂ ਹੋਣਗੇ ਉਹ ਜ਼ਰਾ ਧਿਆਨ ਨਾਲ ਦੇਖਣਾ। ਸਪੋਜ਼ ਪਹਿਲਾਂ ਇਹਨੇ ਸਮਾਨ ਉਧਾਰੀ ਤੇ ਵੇਚਿਆ 80,000 ਦਾ, ਤਾਂ ਇਹਦੀ ਕਿਤਾਬ 'ਚ ਐਂਟਰੀ ਕੀ ਹੋਏਗੀ? ਡਰੋਈ ਡੈਬਿਟ ਟੂ ਸੇਲਸ। ਅੱਛਾ 80,000 ਦੀ ਸੇਲ ਕਰੀ, ਠੀਕ ਹੈ, ਇਹਨੇ ਨਾ ਔਨ ਦਾ ਸਪੌਟ 30,000 ਰੁਪਇਆ ਕੈਸ਼ ਦੇਤਾ। ਮੀਨਸ ਇਹਦੇ ਕੋਲ ਡਰੋਈ ਨੇ ਡਰਾਇਰ ਨੂੰ 30,000 ਰੁਪਇਆ ਔਨ ਦਾ ਸਪੌਟ ਸਮਾਨ ਕੈਸ਼ ਮੀਨਸ ਕੈਸ਼ ਦੇਤਾ। ਮੀਨਸ 30,000 ਡਰਾਇਰ ਕੋਲ ਆ ਗਿਆ। ਹੁਣ ਉਧਾਰੀ ਕਿੰਨੇ ਦੀ ਚੱਲੀ? 50,000 ਦੀ। ਤਾਂ ਡਰੋਈ ਤੋਂ ਹੁਣ 50,000 ਰੁਪਇਆ ਲੈਣਾ, ਠੀਕ ਹੈ। ਇਹਦੇ ਵਿੱਚ ਵੀ ਦੇਖੋ ਪਰਚੇਜ਼ 80,000 ਦੀ ਅਤੇ ਡਰਾਇਰ ਨੂੰ ਮੀਨਸ ਹੁਣ ਕਿੰਨਾ ਦੇਣਾ, ਕਿੰਨਾ ਇਹਨੇ 50,000 ਦੇਣਾ ਅਤੇ ਕਿੰਨਾ ਕੈਸ਼ ਦੇ ਚੁੱਕਾ ਹੈ? 30,000 ਰੁਪਇਆ ਦੇ ਚੁੱਕਾ ਹੈ। ਪਰਚੇਜ਼ ਟੂ ਡਰਾਇਰ ਟੂ ਕੈਸ਼, ਠੀਕ ਹੈ ਮੇਰੇ ਬੱਚੋ। ਸੋ ਇੱਦਾਂ ਵੀ ਕੁਐਸਚਨ ਸਟੇਟਮੈਂਟ ਹੋ ਸਕਦੀ ਹੈ ਕਿ ਔਨ ਦਾ ਸਪੌਟ ਮੀਨਸ ਕੈਸ਼ 'ਚ ਸਮਾਨ ਵੇਚਿਆ, ਥੋੜ੍ਹਾ ਬਹੁਤ ਉਧਾਰੀ 'ਤੇ ਮੀਨਸ 80,000 ਦੀ ਸੇਲ ਕਰੀ ਇਹਨੇ ਉਧਾਰੀ 'ਤੇ, ਔਨ ਦਾ ਸਪੌਟ ਕੈਸ਼ 30 ਲੈ ਲਿਆ ਅਤੇ ਬਾਕੀ ਸਾਰਾ ਉਧਾਰੀ 'ਤੇ ਵੇਚਿਆ। ਮੀਨਸ 80,000 ਦੀ ਸੇਲ, ਉਹਦੇ ਵਿੱਚੋਂ ਕੈਸ਼ 30 ਲੈ ਲਿਆ ਅਤੇ 50,000 ਦੀ ਉਧਾਰੀ ਵਾਲੀ ਸੇਲ ਹੈ। ਅਤੇ ਮੀਨਸ ਇਹਨੇ ਸਮਾਨ ਖਰੀਦਿਆ ਡਰੋਈ ਨੇ ਅਤੇ ਕੈਸ਼ ਨਕਦੀ 30,000 ਦੇਤਾ, ਬਾਕੀ 50,000 ਉਧਾਰੀ ਕਰ ਲਈ। ਅੱਛਾ ਹੁਣ ਇਹਨੇ ਕੀ ਕਰਿਆ? ਬਿੱਲ ਡਰਾ ਹਮੇਸ਼ਾ ਡਰਾਇਰ ਕਰਦਾ। ਇਹਨੇ 50,000 ਲੈਣਾ ਸੀਗਾ, ਉਹਦੇ ਲਈ ਇਹਨੇ ਦੋ ਬਿੱਲ ਬਣਾਤੇ, ਇੱਕ 30,000 ਦਾ, ਇੱਕ 20,000 ਦਾ। ਸੋ ਬਿੱਲ ਇਹਦੇ ਲਈ ਐਸੈਟ ਹੋ ਗਿਆ। ਬਿੱਲ ਰਿਸੀਵੇਬਲ 1 ਅਕਾਊਂਟ ਡੈਬਿਟ, ਦੋ ਬਿੱਲ ਬਣਾਏ ਨੇ ਨਾ। ਬਿੱਲ ਰਿਸੀਵੇਬਲ 2 ਅਕਾਊਂਟ ਡੈਬਿਟ 2 ਡਰਾਇਰ ਦੀ ਬੁੱਕ 'ਚ ਡਰੋਈ ਦਾ ਨਾਮ। ਇਹਨੇ ਡਰੋਈ ਤੋਂ ਲੈਣਾ ਕਿੰਨਾ ਸੀਗਾ? 50,000 ਰੁਪਇਆ ਲੈਣਾ ਸੀਗਾ। ਅਤੇ ਫਸਟ ਬਿੱਲ ਆਫ ਐਕਸਚੇਂਜ 30,000 ਦਾ ਅਤੇ ਦੂਸਰਾ ਲੈ ਲਿਆ ਇਹਨੇ ਕ੍ਰੀਏਟ ਕਰਿਆ 20,000 ਦਾ। ਸੋ ਟੋਟਲ 50,000 ਦੇ ਬਿੱਲ ਆਫ ਐਕਸਚੇਂਜ ਬਣ ਗਏ। 50,000 ਹੀ ਲੈਣਾ ਸੀ ਡਰਾਇਰ ਨੇ, ਡਰੋਈ ਤੋਂ 50 ਲੈਣਾ ਸੀਗਾ। ਕੁਐਸਚਨ 'ਚ ਦਿੱਤਾ ਹੋਏਗਾ ਕਿ ਇੱਕ ਪਹਿਲਾ ਬਿੱਲ 30,000 ਦਾ, ਦੂਜਾ ਬਿੱਲ 20,000 ਦਾ। ਸਪੋਜ਼ ਅਸੀਂ ਕੁਐਸਚਨ 'ਚ ਦਿੱਤਾ ਹੋਇਆ ਕਿ ਪਹਿਲੇ ਬਿੱਲ ਦੀ ਡਿਊ ਡੇਟ 4 ਮਹੀਨਿਆਂ ਦੀ ਹੈ ਅਤੇ ਦੂਸਰੇ ਬਿੱਲ ਦੀ ਡਿਊ ਡੇਟ 5 ਮਹੀਨਿਆਂ ਦੀ ਹੈ। ਸਪੋਜ਼ ਯਾਦ ਰੱਖਣਾ ਤੁਹਾਨੂੰ ਕੁਐਸਚਨ 'ਚ ਕਿਹਾ ਇਹ 4 ਮਹੀਨੇ ਬਾਅਦ ਡਿਊ ਹੋਣਾ ਅਤੇ ਦੂਜੇ ਵਾਲਾ ਕੁਐਸਚਨ 'ਚ ਗਿਵਨ ਹੋਏਗਾ 5 ਮਹੀਨੇ ਬਾਅਦ ਡਿਊ ਹੋਣਾ। ਸਪੋਜ਼ ਲੈਟ ਇਟ ਬੀ, ਇਹ ਤੁਹਾਨੂੰ ਕੁਐਸਚਨ 'ਚ ਗਿਵਨ ਹੋਏਗਾ, ਠੀਕ ਹੈ। ਅਤੇ ਹੁਣ ਮੇਰੀ ਗੱਲ ਧਿਆਨ ਨਾਲ ਦੇਖੋ, ਇਹਦੇ ਲਈ ਬਿੱਲ ਲਾਇਬਿਲਿਟੀ ਹੈ ਅਤੇ ਤੁਹਾਨੂੰ ਹੁਣ ਇਹਦੀ ਐਂਟਰੀ ਕਿੱਦਾਂ ਪਏਗੀ? ਡਰਾਇਰ ਡੈਬਿਟ ਹੋ ਜਾਏਗਾ ਅਤੇ ਇਹਦੇ ਲਈ ਬਿੱਲ ਲਾਇਬਿਲਿਟੀ ਹੈ 2 ਬਿਲਸ ਪੇਬਲ 1। ਇੱਥੇ BP ਲਿਖ ਰਿਹਾ ਪੇਪਰਸ ਤੁਸੀਂ, ਪਰ BP ਨਹੀਂ ਲਿਖਣਾ। 2 ਪੂਰੀ ਫੁੱਲ ਫਾਰਮ ਲਿਖਣੀ ਹੈ 2 ਬਿੱਲ ਪੇਬਲ 2, ਠੀਕ ਹੈ। ਸੋ ਇੱਥੇ ਡਰਾਇਰ ਦੇ ਵਿੱਚ ਕੀ ਆ ਜਾਏਗਾ? ਹੁਣ ਮੇਰੀ ਗੱਲ ਸੁਣੋ, ਡਰਾਇਰ ਨੂੰ ਕਿੰਨਾ ਦੇਣਾ ਹੈ? ਡਰੋਈ ਨੇ 50,000 ਰੁਪਇਆ ਦੇਣਾ, ਠੀਕ ਹੈ। ਅਤੇ ਬਿੱਲ ਪਹਿਲਾ ਕਿੰਨੇ ਦਾ? 30,000 ਦਾ ਬਿੱਲ ਆਫ ਐਕਸਚੇਂਜ। ਦੂਸਰਾ ਬਿੱਲ ਆਫ ਐਕਸਚੇਂਜ ਕਿੰਨੇ ਦਾ? 20,000 ਦਾ। ਅੱਛਾ ਮੇਰੀ ਗੱਲ ਧਿਆਨ ਨਾਲ ਦੇਖਣਾ, ਹੁਣ ਹੋਇਆ ਕਿ ਇਹਨੇ ਪਹਿਲਾ ਬਿੱਲ ਚੱਕ ਕੇ ਦੇਤਾ। ਮੀਨਸ ਡਰਾਇਰ ਦੇ ਕੋਲ ਸੀਗਾ ਨਾ ਬਿੱਲ ਆਫ ਐਕਸਚੇਂਜ, ਇਹਨੇ ਪਹਿਲਾ ਬਿੱਲ ਚੱਕ ਕੇ ਮੀਨਸ ਦੇਖੋ ਡਿਊ ਡੇਟ 'ਤੇ ਇੰਨੇ ਪੈਸਾ ਮੰਗਣ ਜਾਣਾ ਸੀਗਾ ਡਰੋਈ ਕੋਲੋਂ, ਡਿਊ ਡੇਟ 'ਤੇ ਇੰਨੇ ਡਰੋਈ ਕੋਲੋਂ ਪੈਸਾ ਮੰਗਣ ਜਾਣਾ ਸੀ। ਇਹਨੇ ਕੀ ਕਰਿਆ? ਆਪਣਾ ਬਿੱਲ, ਅੱਛਾ ਹੁਣ ਮੇਰੀ ਗੱਲ ਸੁਣੋ, ਇਹਦੇ ਕੋਲ ਨਾ ਟਾਈਮ ਨਹੀਂ ਸੀਗਾ। ਪੈਸਾ ਜਿਹਦੇ ਕੋਲ ਬਿੱਲ ਆਫ ਐਕਸਚੇਂਜ ਹੁੰਦਾ ਨਾ ਉਹੀ ਜਾਂਦਾ ਡਰੋਈ ਦੇ ਕੋਲੋਂ ਪੈਸਾ ਮੰਗਣ, ਜਿਹਦੇ ਕੋਲ ਵੀ ਬਿੱਲ ਆਫ ਐਕਸਚੇਂਜ ਹੁੰਦਾ। ਡਿਊ ਡੇਟ ਤੋਂ ਨਾ ਇਹਨੇ 3-4 ਦਿਨ ਪਹਿਲਾਂ ਕੀ ਕਰਿਆ? ਮੀਨਸ ਜੋ ਵੀ ਡਿਊ ਡੇਟ ਸੀ ਉਸ ਤੋਂ 10 ਦਿਨ ਪਹਿਲਾਂ ਹੀ ਬਿੱਲ ਬੈਂਕ ਨੂੰ ਦੇਤਾ, ਬਿੱਲ ਆਫ ਐਕਸਚੇਂਜ। ਬੈਂਕ ਆ ਵੀ ਅਪ ਸਰਵਿਸਿਸ ਦਿੰਦਾ ਆਪਣੇ ਕਲਾਇੰਟਸ ਨੂੰ ਕਿ ਕਲਾਇੰਟਸ ਕੀ, ਜਿੱਦਾਂ ਮੈਂ ਕਿਸੇ ਤੋਂ ਪੈਸੇ ਲੈਣੇ ਆ, ਮੈਂ ਡਰੋਈ ਤੋਂ ਪੈਸੇ ਲੈਣੇ ਆ ਅਤੇ ਮੈਂ ਕੀ ਕਰ ਸਕਦਾ? ਉਹੀ ਬਿੱਲ ਆਫ ਐਕਸਚੇਂਜ ਆਪਣੇ ਬੈਂਕ ਨੂੰ ਦੇ ਦਾਂਗਾ ਅਤੇ ਮੀਨਸ ਮੈਂ ਬੈਂਕ 'ਚ ਡਿਪੋਜ਼ਿਟ ਕਰਾਤਾ। ਹੁਣ ਬੈਂਕ ਕੀ ਕਰੇਗਾ? ਮੈਨੂੰ ਇੰਨੀ ਸਰਵਿਸਿਸ ਦੇਗਾ ਕਿ ਉਹ ਪਹਿਲਾਂ ਮੈਂ ਜਾਣਾ ਸੀਗਾ ਇਹਦੇ ਕੋਲੋਂ ਪੈਸਾ ਲੈਣ ਲਈ, ਹੁਣ ਬੈਂਕ ਚਲੇ ਜਾਏਗਾ ਪੈਸਾ ਲੈਣ ਲਈ ਡਰੋਈ ਦੇ ਕੋਲੋਂ। ਡਿਊ ਡੇਟ ਨੂੰ ਹੀ ਮੈਨੂੰ ਪੈਸਾ ਮਿਲੇਗਾ, ਮੀਨਸ ਪੈਸਾ ਮੈਨੂੰ ਡਿਊ ਡੇਟ ਨੂੰ ਹੀ ਮਿਲਣਾ। ਇਹ ਨਹੀਂ ਕਿ ਮੈਂ ਛੇਤੀ ਪੈਸਾ ਲੈ ਰਿਹਾ ਬੈਂਕ ਤੋਂ। ਇਹ ਬਿੱਲ ਸੈਂਟ ਫॉर ਕਲੈਕਸ਼ਨ ਹੈ। ਮੀਨਸ ਮੇਰੇ ਕੋਲ ਟਾਈਮ ਨਹੀਂ ਹੈ, ਡਰਾਇਰ ਮੈਂ ਡਰੋਈ ਕੋਲੋਂ, ਜਿਹਦੇ ਕੋਲ ਬਿੱਲ ਆਫ ਐਕਸਚੇਂਜ ਹੁੰਦਾ ਨਾ ਉਹ ਪੈਸੇ ਲੈਣ ਜਾਂਦਾ। ਮੀਨਸ ਉਹ ਇਹਨੂੰ ਬਿੱਲ ਦਿੰਦਾ, ਬਿੱਲ ਆਫ ਐਕਸਚੇਂਜ ਦਿੰਦਾ ਅਤੇ ਉਹਦੇ ਬਦਲੇ ਪੈਸੇ ਲੈਂਦਾ, ਠੀਕ ਹੈ। ਇਹ ਬਿੱਲ ਆਫ ਐਕਸਚੇਂਜ ਦੇ ਬਦਲੇ ਪੈਸੇ ਲੈ ਲੈਂਦਾ, ਇਹਨੂੰ ਬਿੱਲ ਆਫ ਐਕਸਚੇਂਜ ਦਿੰਦਾ ਅਤੇ ਖੁਦ ਪੈਸੇ ਲੈ ਲੈਂਦਾ। ਹੁਣ ਇਹਦੇ ਕੋਲ ਕੀ ਸੀਗਾ?
ਟਾਈਮ ਦੀ ਕਮੀ ਸੀ ਤੇ ਇਹਨੇ ਆਪਣਾ ਬਿੱਲ ਆਫ ਐਕਸਚੇਂਜ ਬੈਂਕ ਨੂੰ ਦੇਤਾ, ਮੀਨਸ ਜੋ ਇਹਦੇ ਕੋਲ ਬਿੱਲ ਆਫ ਐਕਸਚੇਂਜ ਪਿਆ ਸੀਗਾ। ਸੋ ਇਹਨੇ ਕੀ ਕਰਿਆ, ਡਿਊ ਡੇਟ ਦੇਖੀ, ਫੈਬਰਰੀ ਮੰਥ ਲੰਘ ਗਿਆ, ਮਾਰਚ, ਅਪ੍ਰੈਲ, ਮਈ, 4 ਮਹੀਨਿਆਂ ਦੀ ਡਿਊ ਡੇਟ ਸੀਗੀ। ਮੀਨਸ ਸਾਡਾ ਦਿਮਾਗ ਕਹਿੰਦਾ 1 ਜੂਨ ਕਹਿੰਦਾ ਨਾ ਦਿਮਾਗ। ਸੋ ਆਪਾਂ 3 ਦਿਨ ਗ੍ਰੇਸ ਤੇ ਲਗਾ ਦੇਣੇ, ਮੀਨਸ 4 ਜੂਨ ਸਾਡੀ ਡਿਊ ਡੇਟ ਸੀ। ਹੁਣ ਡਿਊ ਡੇਟ ਤੋਂ ਇਹਨੇ 10 ਦਿਨ ਪਹਿਲਾਂ, ਮੀਨਸ ਸਪੋਜ਼ ਲੈਟ ਇਟ ਵੀ ਇਹਨੇ 24 ਮਈ ਨੂੰ ਹੀ ਬਿੱਲ ਬੈਂਕ ਨੂੰ ਦੇਤਾ ਕਿ ਡਿਊ ਡੇਟ 'ਤੇ ਜਾਈ ਇਹਦੇ ਕੋਲੋਂ ਪੈਸੇ ਲੈ ਲਈ। ਬੈਂਕ ਇਹ ਸਰਵਿਸਿਜ਼ ਦਿੰਦਾ ਅਤੇ ਇਹਨੂੰ, ਇਸ ਪ੍ਰੋਸੈਸ ਨੂੰ ਕਿਹਾ ਜਾਂਦਾ ਬਿੱਲ ਸੈਂਟ ਫॉर ਕਲੈਕਸ਼ਨ। ਮੀਨਸ ਬੈਂਕ ਇਹਨੂੰ ਰਸੀਦ ਦੇ ਦੇਗਾ, ਉਹਨੂੰ ਕੀ ਕਹਾਂਗੇ, ਬਿੱਲ ਸੈਂਟ ਫॉर ਕਲੈਕਸ਼ਨ। ਬੈਂਕ ਨੇ ਰਸੀਦ ਦੇਤੀ ਡਰਾਇਰ ਨੂੰ ਕਿ ਆ ਫੜ ਰਸੀਦ, ਤੇਰਾ ਬਿੱਲ ਸਾਡੇ ਕੋਲ, ਤੂੰ ਆਪਣਾ ਬਿੱਲ ਸਾਨੂੰ, ਬਿੱਲ ਆਫ ਐਕਸਚੇਂਜ ਸਾਨੂੰ ਦੇ ਦੇ। ਸੋ ਹੁਣ ਬਿੱਲ ਆਫ ਐਕਸਚੇਂਜ, ਬਿੱਲ ਰਿਸੀਵੇਬਲ ਬੈਂਕ ਕੋਲ ਚਲਾ ਗਿਆ ਪਹਿਲੇ ਵਾਲਾ। ਮੀਨਸ ਇਹਦੇ ਕੋਲ ਟਾਈਮ ਨਹੀਂ ਸੀ ਕਿ ਇਹ ਵੈਸੇ ਤੁਹਾਨੂੰ ਪੈਸਾ ਡਿਊ ਡੇਟ ਨੂੰ ਹੀ ਮਿਲਣਾ, ਇਹਦੇ ਕੋਲ ਟਾਈਮ ਨਹੀਂ ਸੀਗਾ ਡਰਾਇਰ ਦੇ ਕੋਲ। ਡਰਾਇਰ ਨੇ ਕੀ ਕਰਿਆ, ਆਪਣਾ ਬਿੱਲ ਆਫ ਐਕਸਚੇਂਜ ਚੱਕ ਕੇ ਬੈਂਕ ਨੂੰ ਦੇਤਾ ਤਾਂ ਕਿ ਬੈਂਕ ਡਿਊ ਡੇਟ 'ਤੇ ਇਹਦੇ ਕੋਲੋਂ ਪੈਸਾ ਲੈ ਆਵੇ। ਬੈਂਕ ਇਹ ਸਰਵਿਸਿਜ਼ ਆਪਣੇ ਕਸਟਮਰ ਨੂੰ ਦਿੰਦਾ। ਹੁਣ ਕੀ ਹੋਇਆ, ਜਦੋਂ ਡਿਊ ਡੇਟ ਆਈ, ਕਦੋਂ ਆਈ, 4 ਜੂਨ ਨੂੰ, ਇੰਨੇ ਪੈਸਾ ਦੇਣ ਤੋਂ ਮੁੱਕਰ ਗਿਆ, ਕਹਿੰਦਾ ਮੈਂ ਪੈਸਾ, ਮੇਰੇ ਕੋਲ ਪੈਸਾ ਨਹੀਂ ਹੈ। ਅਤੇ ਜਦੋਂ ਵੀ ਤੁਹਾਨੂੰ ਪਤਾ ਡਿਸਓਨਰ ਹੁੰਦਾ ਤਾਂ ਹਮੇਸ਼ਾ ਕੌਣ ਡੈਬਿਟ ਹੁੰਦਾ, ਡਰਾਇਰ ਦੀ ਬੁੱਕਸ 'ਚ ਹਰ ਸੀਨ ਦੇ ਵਿੱਚ ਡਰਾਈ ਡੈਬਿਟ ਹੁੰਦਾ। ਹੁਣ ਜਿਹੜੀ ਬੈਂਕ ਨੇ ਸਾਨੂੰ ਰਸੀਦ ਦਿੱਤੀ ਸੀ, ਅਸੀਂ ਉਹਨੂੰ ਨਾਮ ਕੀ ਦਿੱਤਾ ਸੀਗਾ, ਬਿੱਲ ਸੈਂਟ ਫॉर ਕਲੈਕਸ਼ਨ। ਉਹਨੂੰ ਕੋਈ ਰਸੀਦ ਕੰਮ ਦੀ ਰਹੀ, ਸਾਡੀ ਕੋਈ ਕੰਮ ਦੀ ਨਹੀਂ ਰਹੀ। ਉਹ ਤਾਂ ਪੈਸੇ ਹੀ ਲੈ ਕੇ, ਮੀਨਸ ਉਹਨੇ ਮਨਾ ਹੀ ਕਰਤਾ, ਤਾਂ ਉਹ ਰਸੀਦ ਸਾਡੇ ਕੰਮ ਦੀ ਨਹੀਂ ਰਹੀ, ਤਾਂ ਅਸੀਂ ਕੀ ਲਿਖਾਂਗੇ, ਟੂ ਬਿੱਲ ਸੈਂਟ ਫॉर ਕਲੈਕਸ਼ਨ। ਕ੍ਰੈਡਿਟ ਇੱਥੇ ਡੈਬਿਟ ਕਰਿਆ ਸੀਗਾ, ਹੁਣ ਬਿੱਲ ਸੈਂਟ ਫॉर ਕਲੈਕਸ਼ਨ ਅਸੀਂ ਕ੍ਰੈਡਿਟ ਕਰ ਦੇਵਾਂਗੇ। ਠੀਕ ਹੈ। ਸੋ ਸਾਡੇ ਕੋਲ ਆ ਐਂਟਰੀ ਹੋ ਗਈ ਜੂਨ 4 ਨੂੰ। ਅਤੇ ਹੁਣ ਮੇਰੇ ਬੱਚਿਓ, ਇਹਨੇ ਬਿੱਲ ਕੇਸ ਕਰਿਆ ਅਤੇ ਅਸੀਂ ਨਾਲ ਕੀ ਲਿਖਾਂਗੇ, ਕੇਸ ਕਰਨ ਲਈ ਨੋਟਿੰਗ ਚਾਰਜਿਸ ਲਗਾਏ। ਇਸ ਬੰਦੇ ਨੇ, ਇਹਦਾ ਪੈਸਾ ਡੁੱਬ ਗਿਆ ਅਤੇ ਇਹਨੇ ਬੈਂਕ 'ਤੇ ਨੋਟਿੰਗ ਚਾਰਜਿਸ ਸਪੋਜ਼ 20 ਰੁਪਏ ਦੇ, ਤਾਂ ਇੱਥੇ ਟੂ ਬੈਂਕ 20 ਰੁਪਏ, 30,000 ਦਾ ਬਿੱਲ ਸੀ। ਹੁਣ ਫਿਊਚਰ 'ਚ ਡਰਾਈ ਕੋਲੋਂ ਕਿੰਨਾ ਲੈਣਾ, 30,000 20 ਰੁਪਏ ਲੈਣੇ। ਸੋ ਮੇਰੇ ਬੱਚਿਓ, ਇਹਨੇ ਕੀ ਕਰਿਆ, ਇਹਦੇ ਕੋਲ ਟਾਈਮ ਨਹੀਂ ਸੀਗਾ, ਇਹਨੂੰ ਪਤਾ ਸੀ 4 ਜੂਨ ਨੂੰ ਡਿਊ ਡੇਟ ਹੈ, ਇਹਨੂੰ ਧੱਕੇ ਖਾਣ ਜਾਣਾ ਪੈਣਾ ਸੀ ਇਹਦੇ ਕੋਲ, ਇਹ ਦੂਰ ਕਿਤੇ ਰਹਿੰਦਾ ਸੀ। ਇਹਨੇ ਕੀ ਕਰਿਆ, ਆਪਣਾ ਬਿੱਲ ਆਫ ਐਕਸਚੇਂਜ ਬੈਂਕ ਨੂੰ ਦੇਤਾ ਕਿ ਇਹਨੇ ਬੈਂਕ ਨੂੰ ਕਿਹਾ ਕਿ ਮੈਨੂੰ ਸਰਵਿਸਿਜ਼ ਦੇ ਦੀ, ਕਿ ਜਾ ਤੂੰ ਜਦੋਂ ਡਿਊ ਡੇਟ ਆਏਗੀ ਤਾਂ ਇਹਦੇ ਕੋਲੋਂ ਪੈਸਾ ਲੈ ਲਈ, ਮੀਨਸ ਮੇਰੇ ਬਿਹਾਫ 'ਤੇ। ਅਤੇ ਇਹ ਮੀਨਸ ਬੈਂਕ ਗਿਆ ਇਹਦੇ ਬਿਹਾਫ 'ਤੇ, ਇਹਨੇ ਪੈਸਾ ਦੇਣ ਤੋਂ ਮੁੱਕਰ ਗਿਆ। ਹਮੇਸ਼ਾ ਡਰਾਈ ਡੈਬਿਟ ਹੁੰਦਾ, ਮੀਨਸ ਜੋ ਬੈਂਕ ਨੇ ਪਹਿਲਾਂ ਇਹਨੂੰ ਰਸੀਦ ਦਿੱਤੀ ਸੀ, ਇਹਦੇ ਕੋਲ ਰਸੀਦ ਆਈ ਸੀਗੀ ਬਿੱਲ ਸੈਂਟ ਫॉर ਕਲੈਕਸ਼ਨ, ਰਸੀਦ ਆਉਣਾ ਡੈਬਿਟ ਹੋ ਗਿਆ, ਅਤੇ ਬਿੱਲ ਆਫ ਐਕਸਚੇਂਜ ਇਹਦੇ ਹੱਥੋਂ ਬੈਂਕ ਦੇ ਕੋਲ ਚਲਾ ਗਿਆ ਸੀ। ਕ੍ਰੈਡਿਟ ਵਾਟ ਗੋਜ਼ ਆਊਟ ਦੇ ਨਾਲ ਬਿੱਲ ਰਿਸੀਵੇਬਲ ਕ੍ਰੈਡਿਟ ਹੋ ਗਿਆ ਸੀ। ਹੁਣ ਇਹੀ ਬਿੱਲ ਡਿਸਓਨਰ ਹੋ ਗਿਆ, ਡਰਾਈ ਡੈਬਿਟ ਟੂ ਬਿੱਲ ਸੈਂਟ ਫॉर ਕਲੈਕਸ਼ਨ, ਕਿਉਂਕਿ ਹੁਣ ਰਸੀਦ ਕਿਸੇ ਕੰਮ ਦੀ ਨਹੀਂ ਰਹੀ, ਟੂ ਬੈਂਕ ਲਿਖਤਾ। ਅੱਛਾ, ਹੁਣ ਮੇਰੀ ਗੱਲ ਧਿਆਨ ਨਾਲ ਦੇਖੀ। ਅੱਛਾ, ਹੁਣ ਇਹ ਤਾਂ ਡਿਸਓਨਰ ਹੋ ਗਿਆ। ਹੁਣ ਮੀਨਸ ਹੁਣ ਕੀ ਹੋਇਆ, ਮੀਨਸ ਇਹਨੂੰ ਆਪਣੀ ਇੱਜ਼ਤ ਵੀ ਪਿਆਰੀ ਸੀਗੀ, ਪਹਿਲਾਂ ਇਹਦੀ ਡਿਸਓਨਰ ਦੀ ਐਂਟਰੀ ਵੀ ਪਾ ਦਿੰਦੇ ਹਾਂ। ਇਹਦੀ ਡਿਸਓਨਰ ਦੀ ਐਂਟਰੀ ਵੀ 4 ਜੂਨ ਨੂੰ ਹੀ ਪਏਗੀ। ਮੀਨਸ ਇਹਦੀ ਇੱਥੇ ਇਹ ਵਾਲੇ ਸੀਨ 'ਚ ਕੋਈ ਐਂਟਰੀ ਨਹੀਂ ਪੈਣੀ। ਉਹ ਤਾਂ ਇਹਨੇ ਬਿੱਲ ਆਫ ਐਕਸਚੇਂਜ ਬੈਂਕ ਨੂੰ ਦਿੱਤਾ, ਉਹ ਤਾਂ ਇਹਦੇ ਨਾਲ ਤਾਂ ਕੋਈ ਲਿੰਕ ਹੀ ਨਹੀਂ ਹੈ। ਸੋ ਉਸ ਚੀਜ਼ ਦਾ ਇਹਦੇ ਨਾਲ ਲਿੰਕ ਨਹੀਂ ਹੈ। ਇਹਦੀ ਡਿਸਓਨਰ ਦੀ ਐਂਟਰੀ 4 ਜੂਨ ਨੂੰ ਹੀ ਪਏਗੀ। 4 ਜੂਨ ਨੂੰ ਅਸੀਂ ਡਿਸਓਨਰ ਦੀ ਐਂਟਰੀ ਇਹਦੀ ਪਾਣੀ ਸਿਖਾ ਦਿੰਦੇ ਹਾਂ ਤੁਹਾਨੂੰ। ਸੋ ਹਮੇਸ਼ਾ ਡਿਸਓਨਰ ਵਾਲੀ ਐਂਟਰੀ ਦੇ ਵਿੱਚ ਕੀ ਹੈ, ਪਹਿਲਾਂ ਇਹਦੇ ਲਈ ਬਿੱਲ ਕਰਜ਼ਾ ਸੀਗਾ, ਹੁਣ ਇਹ ਮੁੱਕਰ ਹੀ ਗਿਆ ਤਾਂ ਇਹਦੇ ਲਈ ਕਰਜ਼ਾ ਨਹੀਂ ਰਿਹਾ। ਅਸੀਂ ਬਿੱਲ ਪੇਬਲ 1 ਡੈਬਿਟ ਕਰਤਾ, ਪਹਿਲਾਂ ਕਰਜ਼ਾ ਸੀ ਤਾਂ ਅਸੀਂ ਕ੍ਰੈਡਿਟ ਕਰਿਆ ਸੀਗਾ, ਕਰਜ਼ਾ ਕ੍ਰੈਡਿਟ ਹੀ ਹੁੰਦਾ। ਬਿੱਲ ਪੇਬਲ 1 ਡੈਬਿਟ ਹੋ ਗਿਆ। ਹੁਣ ਇਹਨੂੰ ਨੋਟਿੰਗ ਚਾਰਜਿਸ, ਇਹਦਾ ਖਰਚਾ ਇਹਦੇ ਤੋਂ ਵਸੂਲੇ ਜਾਣਗੇ। ਨੋਟਿੰਗ ਚਾਰਜਿਸ ਅਕਾਊਂਟ ਡੈਬਿਟ, ਇਹਦੇ ਤੋਂ ਵਸੂਲੇ ਜਾਣਗੇ ਨੋਟਿੰਗ ਚਾਰਜਿਸ। ਨੋਟਿੰਗ ਚਾਰਜਿਸ ਅਕਾਊਂਟ ਡੈਬਿਟ ਟੂ ਮੇਰੇ ਬੱਚਿਓ ਆਏਗਾ। ਪਹਿਲਾਂ ਇਹਨੇ ਕੈਸ਼ ਦੇਣਾ ਸੀਗਾ, ਦਿੱਤਾ ਨਹੀਂ, ਹੁਣ ਟੂ ਡਰਾਇਰ ਆਏਗਾ। ਮੀਨਸ ਹੁਣ ਇਹ ਕੈਸ਼ ਜੇ ਦੇ ਦਿੱਤਾ ਹੁੰਦਾ ਤਾਂ ਕ੍ਰੈਡਿਟ ਵਾਟ ਗੋਜ਼ ਆਊਟ ਨਾਲ ਟੂ ਕੈਸ਼ ਹੋ ਜਾਣਾ ਸੀ। ਹੁਣ ਇਹਨੇ ਕੈਸ਼ ਫਿਊਚਰ 'ਚ ਡਰਾਇਰ ਨੂੰ ਦੇਣਾ ਸੀ, ਟੂ ਡਰਾਇਰ ਲਿਖਤਾ। ਐਂਡ ਇੱਥੇ ਕਿੰਨਾ ਆ ਜਾਏਗਾ ਬਿੱਲ ਪੇਬਲ ਦੇ ਵਿੱਚ, 30,000। ਇੱਥੇ ਨੋਟਿੰਗ ਚਾਰਜਿਸ 'ਚ 20, ਅਤੇ ਇੱਥੇ ਕਿੰਨਾ ਆ ਗਿਆ ਟੋਟਲ ਸਾਡੇ ਕੋਲ ਡਰਾਇਰ ਦੇ ਵਿੱਚ 30,020। ਸੋ 30,020 ਆ ਗਿਆ। ਸੋ ਇਹ ਵੀ ਐਂਟਰੀ ਪੈ ਗਈ ਸਾਡੇ ਕੋਲ ਮੇਰੇ ਬੱਚੋ। ਹੁਣ ਕੀ ਹੋਇਆ, ਇਹਨੇ ਕਿਹਾ ਕਿ ਚੱਲ ਮੇਰਾ ਪਹਿਲਾ ਬਿੱਲ ਡਿਸਓਨਰ ਹੋ ਗਿਆ
ਤੇ ਇਹਨੇ ਕੀ ਕਰਿਆ ਕਿ ਇਹਨੇ ਇਹਨੂੰ ਰਿਕੁਐਸਟ ਕਰੀ, ਤੂੰ ਹੁਣ ਕੋਰਟ 'ਚ ਤਾਂ ਫਾਈਲ ਲਗਾ ਹੀ ਦਿੱਤੀ, ਹੁਣ ਤੂੰ ਠੰਡ ਪਾ, ਮੈਂ ਇੰਨੀ ਤਰੀਕਾ ਨਹੀਂ ਲਗਾ ਸਕਦਾ, ਚੱਲ ਮੇਰਾ ਬਿੱਲ ਹੀ ਰਿਨਿਊ ਕਰ ਦੇ, ਵਿਆਜ ਵੀ ਲੈ ਲਈ, ਜਿਹੜੀ ਵਿਆਜ ਲੈਣੀ ਹੈ ਮੇਰੇ ਤੋਂ ਲੈ ਲਈ। ਹੁਣ ਇਹਨੇ ਬਿੱਲ ਰਿਨਿਊ ਕਰਤਾ, ਮੀਨਸ 4 ਜੂਨ ਨੂੰ ਬਿੱਲ ਕੈਂਸਲ ਹੋਇਆ। ਇਹ ਵਿਚਾਰਾ ਇਹਦੇ ਕੋਲ ਗਿਆ 10 ਜੂਨ ਨੂੰ ਕਿ ਮੇਰੀ ਗਲਤੀ ਹੋ ਗਈ, ਆਈ ਐਮ ਰੀਅਲੀ ਸੌਰੀ ਮੇਰੇ ਤੋਂ, ਅਤੇ ਮੇਰੇ ਲਈ ਨਵਾਂ ਬਿੱਲ ਬਣਾ ਦੇ, ਮੇਰਾ ਹੱਥ ਟਾਈਟ ਹੈ ਅਤੇ ਮੈਂ ਤੈਨੂੰ ਪੈਸੇ ਦੇ ਦਾਂਗਾ। ਹੁਣ ਮੈਂ ਅਗਲੀ ਐਂਟਰੀ ਹੈ ਨਾ ਥੋੜ੍ਹੀਆਂ ਉੱਪਰ ਕਰ ਰਿਹਾ, ਬਿਕੋਜ਼ ਆਈ ਐਮ ਹੈਵਿੰਗ ਦਾ ਪ੍ਰੋਬਲਮ ਆਫ ਸਪੇਸ। ਸੋ ਸਪੇਸ ਦੀ ਪ੍ਰੋਬਲਮ ਦੇ ਕਾਰਨ ਮੈਨੂੰ ਉੱਪਰ ਲਿਖ ਰਿਹਾ, ਇਹ ਡਰਾਇਰ ਦੀ ਐਂਟਰੀ ਹੀ ਲਿਖਾਂਗਾ ਇੱਥੇ, ਮੀਨਸ ਇੱਥੇ ਸਟਾਰ ਪਾ ਦੇਣਾ ਐਂਡ ਸਟਾਰ ਪਾ ਕੇ ਮੇਰੇ ਬੱਚੋਂ ਮੈਂ ਇੱਥੇ ਐਂਟਰੀ ਪਾ ਰਿਹਾ, ਮੀਨਸ ਡਿਊ ਡੇਟ 'ਤੇ ਵਾਟ ਹੀ ਡਿਡ ਇਜ਼, ਇਹ ਡਿਊ ਡੇਟ ਤੋਂ ਪਹਿਲਾਂ ਉਹਨੇ ਬੰਦਾ ਡਿਊ ਡੇਟ 'ਤੇ ਤਾਂ ਮੁੱਕਰ ਗਿਆ ਹੈ ਪੈਸਾ ਦੇਣ ਤੋਂ, ਫਿਰ ਇਹਨੇ ਕੀ ਕਰਿਆ ਡਿਊ ਡੇਟ ਤੋਂ ਬਾਅਦ ਮੀਨਸ ਕੋਰਟ 'ਚ ਕੇਸ ਚਲਾ ਗਿਆ, ਅਤੇ ਹੁਣ ਉਹਨੇ ਕੋਰਟ ਦੇ ਵਿੱਚ ਕੇਸ ਕਰਨ ਦੌਰਾਨ ਨੋਟਿੰਗ ਚਾਰਜਿਸ ਤਾਂ ਦੇ ਹੀ ਦਿੱਤੇ, ਚਲੋ 20 ਰੁਪਏ। ਉਹ ਕਹਿੰਦਾ ਕਿ ਹੁਣ ਤੂੰ ਮੇਰੇ ਤੋਂ ਨੋਟਿੰਗ ਚਾਰਜਿਸ ਵੀ ਲੈ ਲਈ, ਬਸ ਮੈਨੂੰ ਸੌਰੀ ਮੈਂ ਐਕਸੈਪਟ ਫੀਲ ਕਰ ਰਿਹਾ, ਤਾਂ ਮੇਰੇ ਲਈ ਨਵਾਂ ਬਿੱਲ ਬਣਾ ਦੇ, ਅਤੇ ਨਾਲ ਵਿਆਜ ਵੀ ਜਿੰਨੀ ਚਾਹੀਦੀ ਤੂੰ ਮੇਰੇ ਤੋਂ ਲੈ ਲਈ। ਇਹਨੇ ਸਪੋਜ਼ ਕਿਹਾ ਕਿ ਮੈਂ ਤੈਨੂੰ 15 ਰੁਪਏ ਵਿਆਜ ਦੇ ਦੇਵਾਂਗਾ, ਇਹਨੂੰ ਕਿਹਾ ਕਿ ਮੈਂ ਤੈਨੂੰ 15 ਰੁਪਏ ਵਿਆਜ ਦੇ ਦਾਂਗਾ। ਸੋ 10 ਜੂਨ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਕੀ ਲਿਖਾਂਗੇ, ਡਰਾਇਰ ਦੀ ਬੁੱਕ 'ਚ ਡਰਾਈ ਡੈਬਿਟ ਹੋਊਗਾ, ਡਰਾਈ ਡੈਬਿਟ ਟੂ, ਇਹਦੇ ਲਈ ਵਿਆਜ ਇਨਕਮ ਹੈ, ਟੂ ਇੰਟਰਸਟ, ਅਸੀਂ ਇੱਥੇ ਟੂ ਇੰਟਰਸਟ ਲਿਖਤਾ, ਡਰਾਈ ਡੈਬਿਟ ਟੂ ਇੰਟਰਸਟ। ਇਹਨੇ ਇਹਨੂੰ 15 ਰੁਪਏ ਦੇਣ ਦਾ ਵਾਅਦਾ ਕਰਿਆ, ਇਹਨੇ ਇਹਨੂੰ 15 ਰੁਪਏ ਦੇਣ ਦਾ ਵਾਅਦਾ ਕਰਿਆ। ਅਤੇ ਅੱਛਾ ਮੇਰੇ ਬੱਚਿਓ, ਫਿਰ ਉਸ ਤੋਂ ਬਾਅਦ 'ਚ ਉਹਦੀ 10 ਜੂਨ ਨੂੰ ਇਹਨੇ ਇਹਨੂੰ 15 ਰੁਪਏ ਵਿਆਜ ਦੇਣ ਦਾ ਵਾਅਦਾ ਕਰਿਆ ਕਿ ਮੈਂ ਤੈਨੂੰ ਹੁਣ ਵਿਆਜ ਵੀ ਦਊਂਗਾ, ਤੂੰ ਮੈਨੂੰ ਮੈਨੂੰ ਤੂੰ 2 ਮਹੀਨਿਆਂ ਦਾ ਟਾਈਮ ਦੇ ਦੇਵੇ। ਮੀਨਸ ਪਹਿਲਾਂ ਤਾਂ 4 ਜੂਨ ਜਦੋਂ ਡਿਊ ਡੇ ਟਾਈਮ ਮੁੱਕਰ ਗਿਆ, ਹੁਣ ਇਹਨੇ ਇਹਦੇ ਤੋਂ ਸੌਰੀ ਫੀਲ ਕਰਕੇ 2 ਮਹੀਨਿਆਂ ਦਾ ਹੋਰ ਟਾਈਮ ਲੈ ਲਿਆ। 10 ਜੂਨ ਨੂੰ ਇਹਨੇ ਕਿਹਾ ਕਿ ਮੇਰਾ ਨਵਾਂ ਬਿੱਲ ਆਫ ਐਕਸਚੇਂਜ ਬਣਾ ਦੇ ਅਤੇ ਮੈਨੂੰ 2 ਮਹੀਨਿਆਂ ਦਾ ਟਾਈਮ ਦੇ ਦੇ। ਮੀਨਸ 10 ਜੂਨ ਤੋਂ ਲੈ ਕੇ 10 ਜੁਲਾਈ, 10 ਜੁਲਾਈ ਤੋਂ 10 ਅਗਸਤ, ਫਿਰ 10 ਅਗਸਤ ਤੋਂ ਲੈ ਕੇ ਪਲੱਸ ਮੀਨਸ ਸਾਡਾ ਦਿਮਾਗ ਕਹਿੰਦਾ 10 ਅਗਸਤ ਪਲੱਸ 3 ਦਿਨ ਗ੍ਰੇਸ, ਮੀਨਸ ਕਿੰਨਾ ਹੋ ਗਿਆ ਟਾਈਮ, 13 ਅਗਸਤ ਹੋ ਗਿਆ। ਠੀਕ ਹੈ, ਹੁਣ ਇੱਥੇ ਡਰਾਈ ਡੈਬਿਟ ਟੂ ਇੰਟਰਸਟ। ਅੱਛਾ ਹੁਣ ਕੀ ਹੋਇਆ, 10 ਜੂਨ ਨੂੰ ਇਹਨੇ ਬਿੱਲ ਵੀ ਕ੍ਰੀਏਟ ਕਰਿਆ। ਉਹ ਬਿੱਲ ਬੱਚੇ ਸੋਚਦੇ ਹੈ ਕਿ 30,000 ਰੁਪਏ ਦਾ ਬਿੱਲ ਪਲੱਸ 15 ਰੁਪਏ ਇੰਟਰਸਟ, ਨਹੀਂ, ਜਿਹੜਾ ਬਿੱਲ ਰਿਸੀਵੇਬਲ ਹੋਏਗਾ ਹੁਣ ਨਵੇਂ ਵਾਲਾ, ਮੀਨਸ ਇਹ ਬਿੱਲ ਰਿਸੀਵੇਬਲ 3 ਹੈ। ਸੋ ਬਿੱਲ ਰਿਸੀਵੇਬਲ 3 ਹੈ, ਪਹਿਲਾ ਬਿੱਲ ਜਿਹਦੀ 4 ਮਹੀਨੇ ਬਾਅਦ ਡਿਊ ਡੇਟ ਹੈ, ਦੂਜਾ ਬਿੱਲ 5 ਮਹੀਨਿਆਂ ਬਾਅਦ ਡਿਊ ਡੇਟ ਹੈ। ਹਲੇ ਹੁਣ ਜਿਹੜਾ ਪਹਿਲਾ ਬਿੱਲ ਕੈਂਸਲ ਹੋਇਆ ਨਾ, ਉਹਦੇ ਬਦਲੇ ਜਿਹੜਾ ਨਵਾਂ ਬਿੱਲ ਬਣ ਰਿਹਾ ਉਹਨੂੰ ਅਸੀਂ ਕਵਾਂਗੇ ਬਿੱਲ ਰਿਸੀਵੇਬਲ 3 ਡੈਬਿਟ। ਹੁਣ ਇਹਦੇ ਲਈ ਐਸੈਟ ਹੈ, ਠੀਕ ਹੈ। ਟੂ ਇਹਦੀ ਬੁੱਕ 'ਚ ਡਰਾਇਰ ਦੀ ਬੁੱਕ 'ਚ ਕਿੰਨਾ ਨਾਮ ਆਉਣਾ, ਡਰਾਈ ਦਾ ਨਾਮ ਆਉਣਾ, ਅਤੇ ਨਵਾਂ ਬਿੱਲ ਪਤਾ ਕਿੰਨੇ ਦਾ ਹੋਏਗਾ, ਬੱਚੇ ਸੋਚਦੇ ਆ 30,000 ਦਾ ਹੋਏਗਾ ਪਲੱਸ 15 ਰੁਪਏ ਇੰਟਰਸਟ, 30,015, ਪਰ ਮੈਂ ਕਹੂੰਗਾ 30,035 ਰੁਪਏ ਦਾ। ਨੋਟਿੰਗ ਚਾਰਜਿਸ ਵੀ ਤਾਂ ਹੁਣੇ ਵਸੂਲੇਗਾ ਹੀ, ਐਵੇਂ ਖਾਮ ਖਾ ਦੇ ਥੋੜਾ 20 ਰੁਪਏ ਨੇ ਨੋਟਿੰਗ ਚਾਰਜ, ਮੀਨਸ ਇਹਨੇ ਨੋਟਿੰਗ ਚਾਰਜਿਸ ਪਲੱਸ ਵਿਆਜ, ਮੀਨਸ ਕਿੰਨਾ ਹੋ ਗਿਆ 20 + 15 35, 30,000 + 35 ਰੁਪਏ, ਮੀਨਸ 30,035 ਰੁਪਏ ਅੱਗੇ ਵਸੂਲੂਗਾ। ਅਤੇ ਹੁਣ ਇਹਨੂੰ ਹੋਰ ਕਿੰਨੇ ਟਾਈਮ ਦੀ ਮੋਹਲਤ ਮਿਲ ਗਈ ਹੈ, 2 ਮਹੀਨਿਆਂ ਦੀ ਮੋਹਲਤ ਦੇਤੀ ਇਹਨੇ ਕਿ ਜਾ ਹੁਣ ਤੂੰ ਮੈਨੂੰ ਫਿਰ 2 ਮਹੀਨੇ ਹੋਰ ਮੇਰੇ ਤੋਂ ਲੈ ਲੈ। ਠੀਕ ਹੈ ਜੀ। ਉਸ ਤੋਂ ਪਹਿਲਾਂ ਹੁਣ ਜਿਹੜਾ ਅੱਛਾ ਮੈਂ ਤੁਹਾਨੂੰ ਕਿਹਾ ਕਿ ਇਹਨੇ ਹੁਣ ਦੂਜੇ ਬਿੱਲ ਕੀ ਸੀ, ਦੂਜਾ ਬਿੱਲ ਇਹਦੇ ਕੋਲ ਹੀ ਪਿਆ ਸੀਗਾ, ਹੁਣ ਉਹ ਦੂਜੇ ਬਿੱਲ ਦੀ ਵੀ ਡਿਊ ਡੇਟ ਆ ਗਈ। ਦੂਜੇ ਬਿੱਲ, ਇਹ ਸਾਰੀਆਂ ਐਂਟਰੀਆਂ ਇੱਧਰਲੇ ਪਾਸੇ ਡਰਾਇਰ ਦੀ ਬੁੱਕ ਦੀਆਂ, ਸਾਰੀਆਂ ਐਂਟਰੀਆਂ ਡਰਾਇਰ ਦੀ ਬੁੱਕ ਦੀ। ਅੱਛਾ ਹੁਣ 10 ਜੂਨ 'ਚ ਇਹਦੀ ਐਂਟਰੀ ਕੀ ਹੋਊਗੀ ਡਰਾਈ ਦੀ ਬੁੱਕ 'ਚ, ਆਹ ਡਰਾਈ ਦੀ ਬੁੱਕ ਹੈ। 10 ਜੂਨ ਨੂੰ ਡਰਾਈ ਦੀ ਬੁੱਕ 'ਚ ਐਂਟਰੀ ਕੀ ਹੋਏਗੀ, 10 ਜੂਨ ਨੂੰ ਡਰਾਈ ਦੀ ਬੁੱਕ 'ਚ ਐਂਟਰੀ ਹੋਏਗੀ ਡਰਾਇਰ ਡੈਬਿਟ, ਸੌਰੀ ਇੰਟਰਸਟ ਇਹਦੇ ਲਈ ਖਰਚਾ ਹੈ, ਇਹਦੇ ਲਈ ਨੁਕਸਾਨ ਹੈ, ਇੰਟਰਸਟ ਇਸ ਲਈ ਆਪਾਂ ਨੇ ਡੈਬਿਟ ਕਰਤਾ, ਇੰਟਰਸਟ ਅਕਾਊਂਟ ਡੈਬਿਟ ਟੂ ਡਰਾਇਰ, ਇਹਨੇ 15 ਰੁਪਏ ਹੁਣ ਵਿਆਜ ਇਹਦੇ ਸਿਰ 'ਤੇ ਐਕਸਪੈਂਸ ਬਣ ਗਿਆ। ਉਹ 10 ਜੂਨ ਨੂੰ ਇਹਦੇ ਸਿਰ 'ਤੇ ਨਵਾਂ ਕਰਜ਼ਾ ਚੜ੍ਹ ਗਿਆ ਕਿਉਂਕਿ ਨਵਾਂ ਬਿੱਲ ਆਫ ਐਕਸਚੇਂਜ ਬਣਿਆ। ਡਰਾਇਰ ਡੈਬਿਟ ਟੂ ਬਿਲਸ ਪੇਬਲ, ਨਵਾਂ ਬਿੱਲ ਤੁਹਾਨੂੰ ਦੱਸਿਆ ਹੀ ਹੈ ਕਿੰਨੇ ਦਾ ਬਣਿਆ, ਨਵਾਂ ਬਿੱਲ ਸਾਡਾ 30,035 ਰੁਪਏ ਦਾ। ਸੋ ਇਹ ਮੈਂ ਤੁਹਾਨੂੰ ਦੱਸਤਾ ਕਿ ਸਾਡੀ ਰਿਨਿਊ ਕਿੱਦਾਂ ਹੋਇਆ, ਨਵਾਂ ਬਿੱਲ ਰਿਨਿਊ ਹੋ ਗਿਆ ਇਹ ਮੇਰੇ ਬੱਚੋ। ਸੋ ਮੈਂ ਤੁਹਾਨੂੰ ਦੱਸਦਾ, ਇਹ ਡਰਾਇਰ ਦੀ ਬੁੱਕਸ ਹੈ, ਸਮਾਨ ਵੇਚਿਆ, ਡਰਾਇਰ ਨੇ ਡਰਾਈ ਨੂੰ
वो सारी कहानी। 2 बिल बनाए, पहला बिल 30,000 का, दूजा 20,000 का, 30,000 का, 20,000 का, 4 महीने की मोहलत, 3 महीने की मोहलत। 4 महीने इन्हें की करिया, पहले इन्हें ड्यू डेट थे यानी 4 जून ਨੂੰ इन्हें ड्रॉई ਦੇ ਕੋਲ ਜਾਣਾ ਸੀ। ਇਹਨੇ ਕੀ ਕਰਿਆ, ਮੀਨਸ ਇਹਨੇ ਆਪਣੇ ਬੈਂਕ ਤੋਂ ਸਰਵਿਸ ਲੈ ਲਈ, ਬਿਲ ਸੈਂਟ ਫॉर ਕਲੈਕਸ਼ਨ, ਉਹਦੇ ਬਦਲੇ ਰਸੀਦ ਮਿਲ ਗਈ ਤੇ ਬਿਲ ਬੈਂਕ ਦੇ ਕੋਲ ਚਲਾ ਗਿਆ, ਕ੍ਰੈਡਿਟ ਵੋਟ ਗੋਜ਼ ਆਊਟ ਦੇ ਨਾਲ ਬਿਲ ਰਿਸੀਵੇਬਲ ਕ੍ਰੈਡਿਟ ਹੋ ਗਿਆ। ਹੁਣ 4 ਜੂਨ ਨੂੰ ਕੀ ਹੋਊਗਾ ਮੇਰੇ ਬੱਚੋ, 4 ਜੂਨ ਨੂੰ ਡਿਸऑनर ਦੀ ਐਂਟਰੀ ਪਏਗੀ ਕਿਉਂਕਿ ਪੈਸਾ ਦੇਣ ਤੋਂ ਮੁੱਕਰ ਗਿਆ। ਡਿਸऑनर 'ਚ ਹਮੇਸ਼ਾ ਡਰॉई ਡੈਬਿਟ ਹੁੰਦਾ। ਤੇ ਹੁਣ ਉਹ ਜਿਹੜੀ ਬੈਂਕ ਨੇ ਪਹਿਲਾਂ ਰਸੀਦ ਦਿੱਤੀ ਸੀ 24 ਮਈ ਨੂੰ, ਹੁਣ ਇਹਦੇ ਕਿਸੇ ਲੇਖੇ ਦੀ ਰਹੀ ਉਹ ਰਸੀਦ, ਤਾਂ ਕਿਸੇ ਲੇਖੇ ਦੀ ਨਹੀਂ ਰਹੀ। ਤਾਂ ਪਹਿਲਾਂ ਬਿਲ ਸੈਂਟ ਫॉर ਕਲੈਕਸ਼ਨ ਡੈਬਿਟ ਹੋਇਆ ਸੀ, ਹੁਣ ਬਿਲ ਸੈਂਟ ਫॉर ਕਲੈਕਸ਼ਨ ਕ੍ਰੈਡਿਟ ਹੋ ਗਿਆ ਟੂ ਬੈਂਕ, ਕਿਉਂਕਿ ਇਹਨੇ ਕੇਸ ਵੀ ਕਰਿਆ ਇਸ ਬੰਦੇ ਤੇ 20 ਰੁਪਏ ਨੋਟਿੰਗ ਚਾਰजेस ਲੱਗੇ। ਅੱਛਾ, ਜੇ ਇਹਨੂੰ ਡਿਊ ਡੇਟ ਤੇ ਪੈਸਾ ਮਿਲ ਗਿਆ ਹੁੰਦਾ ਬੈਂਕ ਨੂੰ, ਮੀਨਸ ਮੁੱਕਰਿਆ ਨਾ ਹੁੰਦਾ, ਤੇ ਇੱਥੇ ਬੈਂਕ ਅਕਾਊਂਟ ਡੈਬਿਟ ਹੋ ਜਾਣਾ ਸੀ ਤੇ ਬਿਲ ਸੈਂਟ ਫॉर ਕਲੈਕਸ਼ਨ ਕ੍ਰੈਡਿਟ ਹੋ ਜਾਣਾ ਸੀ, ਕਿਉਂਕਿ ਪਹਿਲਾਂ ਰਸੀਦ ਇਹਦੇ ਕੋਲ ਸੀਗੀ। ਹੁਣ ਜੇ ਪੈਸਾ ਬੈਂਕ 'ਚ ਆ ਹੀ ਗਿਆ ਹੁੰਦਾ ਤਾਂ ਰਸੀਦ ਦਾ ਕੋਈ ਲੇਖਾ ਹੀ ਨਹੀਂ ਰਹਿਣਾ ਸੀ, ਫਿਰ ਬੈਂਕ ਟੂ ਬਿਲ ਸੈਂਟ ਫॉर ਕਲੈਕਸ਼ਨ ਹੋ ਜਾਣੀ ਸੀ। ਪਰ ਹੁਣ ਸਾਡਾ ਬਿਲ ਡਿਸऑनर ਹੋਇਆ ਤਾਂ ਡਰॉई ਡੈਬਿਟ, ਹਰ ਡਿਸऑनर ਵਾਲੀ ਐਂਟਰੀ 'ਚ ਡਰਾਇਰ ਦੀ ਬੁੱਕ 'ਚ ਡਰॉई ਹੀ ਡੈਬਿਟ ਹੁੰਦਾ। ਟੂ ਬਿਲ ਸੈਂਟ ਫॉर ਕਲੈਕਸ਼ਨ ਇਸ ਲਈ ਹੋਇਆ ਕਿਉਂਕਿ ਉਹਨੇ ਰਸੀਦ ਸਾਡੇ ਕਿਸੇ ਲੇਖੇ ਦੀ ਨਹੀਂ ਰਹੀ। ਟੂ ਬੈਂਕ ਨੋਟਿੰਗ ਚਾਰजेस ਵਾਲਾ ਹੋ ਗਿਆ। ਅੱਛਾ, ਹੁਣ ਇਹਦੀ ਕਿਤਾਬ ਦੇ ਵਿੱਚ ਹਮੇਸ਼ਾ ਜਦੋਂ ਵੀ ਡਿਸऑनर ਹੁੰਦਾ ਤਾਂ ਬਿਲ ਪੇਬਲ ਹੀ ਡੈਬਿਟ ਹੁੰਦਾ, ਬਿਲ ਪੇਬਲ ਡੈਬਿਟ ਹੋਣਾ ਹੀ ਹੋਣਾ ਜਦੋਂ ਡਿਸऑनर ਹੋਣਾ। ਅੱਛਾ, ਨੋਰਮਲੀ ਜੇ ਕੈਸ਼ ਦੇ ਦਿੱਤਾ ਹੁੰਦਾ ਟੂ ਕੈਸ਼ ਆ ਜਾਣਾ ਸੀ, ਉਹਨਾਂ ਨੇ ਕੈਸ਼ ਦੇਣ ਤੋਂ ਮੁੱਕਰ ਗਿਆ ਤਾਂ ਇਸ ਲਈ ਟੂ ਡਰਾਇਰ ਆ ਗਿਆ ਤੇ ਨੋਟਿੰਗ ਚਾਰजेस ਇਹਦੇ ਲਈ ਖਰਚਾ ਬਣ ਚੁੱਕਿਆ, 20 ਰੁਪਏ ਦਾ ਨੋਟਿੰਗ ਚਾਰजेस ਹੋ ਗਿਆ। ਹੁਣ ਕੇਸ ਚਲਾ ਗਿਆ ਬੈਂਕ ਕੋਰਟ ਦੇ ਵਿੱਚ ਤੇ ਹੁਣ ਇਹਦੀ ਇੱਜ਼ਤ ਰੁਲਦੀ ਪਈ ਸੀ। ਇਹਨੇ ਇਹਦੇ ਤੋਂ ਸੌਰੀ ਮੰਗੀ ਤੇ ਇਹਨੂੰ ਕਿਹਾ, ਇਹਨੂੰ ਕਿਹਾ ਕਿ ਮੈਨੂੰ 2 ਮਹੀਨੇ ਦਾ ਹੋਰ ਟਾਈਮ ਦੇ ਦੇ ਤੇ ਵਿਆਜ ਜੋ ਲੈਣੀ ਹੈ ਲੈ ਲੈ, ਤੇ ਵਿਆਜ 15 ਰੁਪਏ ਡਿਸਾਈਡ ਹੋਈ। ਹੁਣ ਇਹਦੀ ਡਰਾਇਰ ਦੀ ਬੁੱਕਸ ਦੇ ਵਿੱਚ ਇੰਟਰਸਟ ਇਹਦੀ ਇਨਕਮ ਹੈ, ਡਰਾਇਰ ਦੀ ਇਹਨੂੰ ਵਿਆਜ ਮਿਲਣੀ ਹੈ ਤੇ ਡਰਾਈ ਡੈਬਿਟ ਹੋ ਜਾਏਗਾ 15 ਰੁਪਏ 15 ਰੁਪਏ। ਅੱਛਾ ਮੇਰੇ ਬੱਚੇ, ਫਿਰ ਉਸ ਤੋਂ ਬਾਅਦ ਚੋਂ ਦੀ ਇਹਨੇ ਬਿੱਲ ਕਿਹਾ ਕਿ ਮੈਨੂੰ 2 ਮਹੀਨਿਆਂ ਦੀ ਮੋਹਲਤ ਦੇ ਦੇ, ਨਵਾਂ ਬਿੱਲ ਬਣਾ ਦੇ। ਇਹ ਤਾਂ ਸਾਡਾ ਬਿੱਲ ਖਤਮ ਹੀ ਹੋ ਗਿਆ ਕਿਉਂਕਿ ਕੈਂਸਲ ਹੋ ਗਿਆ ਪਹਿਲੇ ਵਾਲਾ ਬਿੱਲ, ਤਾਂ ਡਿਸऑनर ਹੋ ਗਿਆ ਪਹਿਲੇ ਵਾਲਾ ਬਿੱਲ। ਹੁਣ ਨਵਾਂ ਬਿੱਲ ਬਣਿਆ ਪਹਿਲੇ ਦੇ ਬਦਲੇ, ਯਾਨੀ ਉਹ ਤੀਜਾ ਬਿੱਲ ਹੋਊਗਾ, ਪਹਿਲੇ ਦੇ ਬਦਲੇ ਨਵਾਂ ਬਿੱਲ ਬਣਿਆ ਤੇ ਬਿੱਲ ਰਿਸੀਵੇਬਲ ਡੈਬਿਟ ਹੋ ਜਾਏਗਾ ਕਿਉਂਕਿ ਇਹਦੇ ਲਈ ਬਿੱਲ ਤਾਂ ਐਸੇਟ ਹੈ, ਬਿੱਲ ਆਫ ਐਕਸਚੇਂਜ। ਟੂ ਡਰॉई ਹੋਏਗਾ ਕਿਉਂਕਿ ਡਰਾਇਰ ਦੀ ਬੁੱਕ 'ਚ ਡਰॉई ਦਾ ਨਾਮ ਆਉਂਦਾ। ਹੁਣ ਬਿੱਲ 30,035 ਰੁਪਏ ਦਾ ਹੋਏਗਾ। 35 ਰੁਪਏ ਕਿਉਂ, ਇੱਕ ਤਾਂ ਵਿਆਜ ਵੀ ਵਸੂਲੂਗਾ, ਉਸ ਤੋਂ ਇਲਾਵਾ ਵਿਆਜ ਦੇ ਇਲਾਵਾ ਕਿਹੜੀ ਚੀਜ਼ ਵਸੂਲੀ ਜਾਏਗੀ, ਜਿਹੜਾ ਇਹਨੇ ਨੋਟਿੰਗ ਚਾਰजेस ਉੱਤੇ 20 ਰੁਪਏ ਦਾ ਖਰਚਾ ਕਰਿਆ ਉਹ ਵੀ ਤਾਂ ਵਸੂਲਿਆ ਜਾਏਗਾ। ਸੋ ਇਹਦੇ ਲਈ ਇੰਟਰਸਟ ਐਕਸਪੈਂਸ ਹੈ, ਇੰਟਰਸਟ ਡੈਬਿਟ ਡਰॉई ਦੇ ਲਈ, ਤੇ ਡਰॉई ਦੀ ਬੁੱਕ 'ਚ ਡਰਾਇਰ ਦਾ ਨਾਮ ਆਉਂਦਾ। ਫਿਰ ਉਸ ਤੋਂ ਬਾਅਦ 'ਚ ਉਹਦੀ ਨਵਾਂ ਬਿੱਲ ਬਣਾਇਆ, ਇਹਦੇ ਲਈ ਕਰਜ਼ਾ ਹੋ ਗਿਆ, ਟੂ ਬਿਲਸ ਪੇਬਲ ਹੋ ਗਿਆ, ਕਰਜ਼ੇ ਕ੍ਰੈਡਿਟ ਹੁੰਦੇ ਆ, ਤੇ ਡਰॉई ਦੀ ਬੁੱਕ 'ਚ ਡਰਾਇਰ ਦਾ ਨਾਮ 30,035 ਦਾ ਨਵਾਂ ਬਿੱਲ ਬਣ ਗਿਆ। ਸੋ ਯਾਦ ਰੱਖਣਾ, ਅਸੀਂ ਇਹ ਡਿਸऑनर ਦੀ ਐਂਟਰੀ ਪਹਿਲਾਂ ਪਾਣੀ ਹੈ ਜਦੋਂ ਵੀ ਬਿੱਲ ਰੀਨਿਊ ਹੋਏਗਾ, ਮੀਨਸ ਪਹਿਲਾਂ ਡਿਸऑनर ਹੋਏਗਾ ਹੀ ਹੋਏਗਾ। ਜਦੋਂ ਵੀ ਬਿੱਲ ਰੀਨਿਊ ਹੋਏਗਾ ਤਾਂ ਹੀ ਰੀਨਿਊ ਹੋਏਗਾ ਜਦੋਂ ਪਿਛਲਾ ਫਲੋਪ ਹੋਏਗਾ। ਸੋ ਪਿਛਲਾ ਫੇਲ ਹੋਇਆ ਤੇ ਉਸ ਤੋਂ ਬਾਅਦ ਰੀਨਿਊ ਹੋਇਆ। ਸੋ ਜਿਹੜਾ ਦੂਜੇ ਬਿੱਲ ਦੀ ਕਹਾਣੀ ਹੈ, ਮੀਨਸ ਇਹ ਡਿਊ ਡੇਟ ਤੇ, ਜਿੱਦਾਂ ਮੀਨਸ ਡਿਊ ਡੇਟ ਕਦੋਂ ਆਣੀ ਹੈ ਇਹਦੀ, ਸਪੋਜ਼ ਉਹਨਾਂ ਨੇ ਕਿਹਾ ਦੂਸਰਾ ਬਿੱਲ ਮੈਟ ਔਨ ਮੈਚੋਰਿਟੀ, ਇਹ ਵਾਲਾ ਬਿੱਲ ਇਹਨੇ ਟਾਈਮ ਸਿਰ ਦੇਤਾ, ਤਾਂ ਇਹਦੀ ਐਂਟਰੀ ਕੀ ਹੋਊਗੀ, ਮੀਨਸ ਇਹਦਾ ਮੀਨਸ Feb 1, ਮੀਨਸ 5 ਮਹੀਨੇ ਕਦੋਂ ਲੰਘਦੇ ਪਏ, ਫੈਬਰਰੀ, ਮਾਰਚ, ਅਪ੍ਰੈਲ, ਮਈ, ਜੂਨ, ਸਾਡਾ ਦਿਮਾਗ ਕਹਿੰਦਾ 1 ਜੁਲਾਈ ਹੈ ਨਾ, ਪਲੱਸ 3 ਦਿਨ ਦੀ ਗ੍ਰੇਸ, ਮੀਨਸ 4 ਜੁਲਾਈ ਨੂੰ ਦੂਜੇ ਬਿੱਲ ਦੇ ਨੂੰ ਪੈਸੇ ਮਿਲ ਗਏ, ਦੂਜਾ ਬਿੱਲ ਓਨਰ ਹੋ ਗਿਆ, ਮੀਨਸ ਦੂਜੇ ਬਿੱਲ ਲਈ ਇਹ ਨਹੀਂ ਮੁੱਕ ਰਿਹਾ, ਮੀਨਸ 4 ਜੁਲਾਈ ਨੂੰ ਇਹਨੂੰ ਪੈਸਾ ਮਿਲ ਗਿਆ। ਕੈਸ਼ ਇਜ਼ ਕਮਿੰਗ ਇਨ, ਕੈਸ਼ ਅਕਾਊਂਟ ਡੈਬਿਟ ਟੂ ਬਿੱਲ ਰਿਸੀਵੇਬਲ ਟੂ। ਹੁਣ ਬਿੱਲ ਰਿਸੀਵੇਬਲ ਟੂ ਜਿਹੜਾ ਸੀਗਾ ਬਿੱਲ ਆਫ ਐਕਸਚੇਂਜ ਟੂ ਸੀਗਾ, ਕੈਸ਼ ਹੀ ਮਿਲ ਗਿਆ, ਹੁਣ ਉਹਦਾ ਸਾਡਾ ਐਸੈਟ ਰਿਹਾ ਹੀ ਨਹੀਂ, ਇਸ ਲਈ ਕ੍ਰੈਡਿਟ ਹੋ ਗਿਆ। ਤੇ ਦੂਸਰਾ ਬਿੱਲ ਆਫ ਐਕਸਚੇਂਜ 20,000 ਦਾ ਸੀਗਾ, ਸੋ ਇੱਥੇ 20,000 ਆ ਗਿਆ ਮੇਰੇ ਬੱਚੋ। ਅੱਛਾ, ਇੰਨੇ ਕੈਸ਼ ਦਿੱਤਾ 4 ਜੁਲਾਈ ਨੂੰ, ਮੀਨਸ ਡਰॉई ਨੇ ਕੈਸ਼ 4 ਜੁਲਾਈ ਨੂੰ ਦਿੱਤਾ, ਤਾਂ ਇਹਦੇ ਹੱਥੋਂ ਕੈਸ਼ ਜਾ ਰਿਹਾ ਟੂ ਕੈਸ਼, ਤੇ ਡੈਬਿਟ ਕੀ ਹੋ ਜਾਏਗਾ ਮੇਰੇ ਬੱਚੋ, ਬਿਲਸ ਪੇਬਲ ਡੈਬਿਟ ਹੋ ਜਾਏਗਾ, ਕਿਉਂਕਿ ਪਹਿਲਾਂ ਬਿੱਲ ਪੇਬਲ ਕਰਜ਼ਾ ਸੀਗਾ, ਹੁਣ ਬਿੱਲ ਪੇਬਲ ਕਰਜ਼ਾ ਨਹੀਂ ਰਿਹਾ। ਮੈਂ ਇੱਥੇ BP ਲਿਖ ਰਿਹਾ ਪਰ ਤੁਸੀਂ ਪੇਪਰ 'ਚ ਪੂਰਾ ਬਿੱਲ ਪੇਬਲ ਹੀ ਲਿਖਣਾ। BP2 ਇਹਦੇ ਲਈ ਕਰਜ਼ਾ ਨਹੀਂ ਰਿਹਾ, ਠੀਕ ਹੈ ਜੀ। ਬਿਲਸ ਪੇਬਲ ਟੂ ਕੈਸ਼ ਕਿੰਨਾ ਆ ਜਾਏਗਾ ਮੇਰੇ ਬੱਚੋ ਇੱਥੇ 20,000। ਦੂਸਰਾ ਬਿੱਲ ਡਿਸऑनर ਨਹੀਂ ਹੋਇਆ, ਦੂਸਰੇ ਬਿੱਲ ਦਾ ਇਹਨੇ ਮਾਨ ਰੱਖ ਲਿਆ ਤੇ ਇਹਨੇ ਟਾਈਮ ਸਿਰ ਪੈਸਾ ਦੇਤਾ ਦੂਸਰੇ ਬਿੱਲ ਆਫ ਐਕਸਚੇਂਜ ਦਾ, ਕਿਉਂਕਿ ਹੁਣ ਇਹ ਕੋਰਟ ਕਚਹਿਰੀਆਂ 'ਚ ਹੋਰ ਧੱਕੇ ਨਹੀਂ ਖਾ ਸਕਦਾ ਸੀਗਾ। ਸੋ ਮੈਂ ਤੁਹਾਨੂੰ ਇਹ ਦੱਸਿਆ ਕਿ ਇਸ ਕੁਐਸਚਨ ਦੇ ਵਿੱਚ ਕਿ ਅਸੀਂ ਬਿੱਲ ਰੀਨਿਊ ਕਿੱਦਾਂ ਕਰਨਾ। ਪਹਿਲਾਂ ਉਹੀ ਬਿੱਲ ਡਿਸऑनर ਕਰੋ, ਫਿਰ ਵਿਆਜ ਵਿਊਜ ਲੈ ਕੇ
ਨਵਾਂ ਬਿੱਲ ਬਣਾਓ। ਜਿੱਦਾਂ ਇੱਥੇ ਨਵਾਂ ਬਿੱਲ ਤੀਜਾ ਬਣਿਆ ਨਾ, ਪਹਿਲੇ ਦੇ ਬਦਲੇ ਬਿੱਲ ਰਿਸੀਵੇਬਲ ਟੂ ਡਰੋਈ 30,035, ਤੇ ਨਵਾਂ ਬਿੱਲ ਇੱਥੇ ਬਿੱਲ ਪੇਬਲ 3 ਲਿਖ ਦੇਣਾ, ਟੂ ਬਿੱਲ ਪੇਬਲ 3, ਕਿਉਂਕਿ ਬਿੱਲ ਪੇਬਲ 1 ਦੇ ਬਦਲੇ ਨਵਾਂ ਬਿੱਲ ਪੇਬਲ ਬਣਿਆ, ਦੈਟ ਇਜ਼ ਉਹਨੂੰ ਆਪਾਂ ਤੀਜਾ ਬਿੱਲ ਪੇਬਲ ਦਾ ਨਾਮ ਲਿਖਤਾ, ਡਰਾਇਰ ਡੈਬਿਟ ਟੂ ਬਿੱਲ ਪੇਬਲ 3। ਠੀਕ ਹੈ ਜੀ। ਸੋ ਫਿਰ ਉਸ ਤੋਂ ਬਾਅਦ ਚੋਂ ਜਿਹੜਾ ਦੂਸਰਾ ਬਿੱਲ ਸੀਗਾ ਉਹ ਔਨਰ ਹੋ ਗਿਆ ਡਿਊ ਡੇਟ ਤੇ ਕੰਮ ਖਤਮ ਹੋ ਗਿਆ। ਪਰ ਇਹ ਤੁਹਾਨੂੰ ਕੁਐਸਚਨ ਤਾਂ ਹੀ ਸਮਝ ਆਏਗਾ ਜੇ ਤੁਸੀਂ ਇਸ ਚੈਪਟਰ ਦੀ ਪਿਛਲੀ ਵੀਡੀਓਜ਼ ਮੇਰੀਆਂ ਦੇਖੀਆਂ ਹੋਣਗੀਆਂ। ਸੋ ਬਾਏ ਬੱਚੋ, ਟੇਕ ਕੇਅਰ, ਗॉड ब्लेस, ਵਾਹਿਗੁਰੂ ਮਿਹਰ ਕਰਨ, ਬਾਏ।